अस्सलाम वालेकुम की हाल है जी ਤੁਹਾਡਾ। उम्मीद है ਤੁਸੀਂ ठीक होने ਆ। ਇਹ ਪਿਛਲੇ ਦਿਨਾਂ 'ਚ ਅਮੀਰ ਬਲਾਜ ਟੀਪੂ ਟਰੱਕਾਂ ਵਾਲੇ ਦਾ ਪੁੱਤਰ ਜਿਹਨੂੰ ਕਿ ਗੋਲੀਆਂ ਮਾਰ ਕੇ ਮਾਰਤਾ ਗਿਆ ਇੱਕ ਡੀਐਸਪੀ ਦੀ ਸ਼ਾਦੀ ਦੇ ਵਿੱਚ, ਉਹਦੇ ਕੇਸ ਦੇ ਵਿੱਚ ਨਵੇਂ-ਨਵੇਂ ਇਨਕਸ਼ਾਫ ਹੋ ਰਹੇ ਆ। ਉਹ ਕਹਿੰਦੇ ਨਾ ਘਰ ਦਾ ਭੇਤੀ ਲੰਕਾ ਢਾਏ। ਇੱਕ ਇਹੋ ਜਿਹੇ ਬੰਦੇ ਦਾ ਨਾਂ ਆਇਆ ਜਦੋਂ ਟੀਪੂ ਟਰੱਕਾਂ ਵਾਲਾ ਕਤਲ ਹੋਇਆ ਸੀ, ਉਹ ਬੰਦਾ ਉਦੋਂ ਵੀ ਮੌਜੂਦ ਸੀ ਮੌਕੇ ਤੇ। ਅੱਜ ਅਮੀਰ ਬਲਾਜ ਕਤਲ ਹੋਇਆ ਤੇ ਉਦੋਂ ਵੀ ਮੌਜੂਦ ਆ ਤੇ ਅੱਜ ਦੇ ਜਿਹੜਾ ਕਤਲ ਹੈ ਨਾ, ਇਹ ਜਿਹੜਾ ਹੁਣ ਹੋਇਆ ਵਾ, ਇਹਦੇ ਵਿੱਚ ਉਹ ਮੁਲਵਸ ਪਾਇਆ ਜਾ ਰਿਹਾ। ਕਿਸ ਤਰ੍ਹਾਂ ਮੁਲਵਸ ਪਾਇਆ ਜਾ ਰਿਹਾ ਉਹ ਤੁਹਾਨੂੰ ਸਾਰੀ ਡਿਸਕਸ ਕਰਦੇ ਆ ਕਿ ਕੀ ਰੌਲਾ ਹੋ ਰਿਹਾ ਤੇ ਅਮੀਰ ਬਲਾਜ ਦਾ ਜਿਹੜਾ ਭਾਈ ਆ ਉਹਨੇ ਹੁਣ ਕੀ ਆਖਿਆ, ਕੀ ਗੱਲ ਉਹ ਬਦਲਾ ਲਏਗਾ ਦੁਬਾਰਾ ਜਾਂ ਕੀ ਹੋਏਗਾ। ਅੱਛਾ, ਸ਼ਾਦੀ ਦੀ ਤਕਰੀਬ ਤੇ ਗਏ ਆ ਤੇ ਉੱਥੇ ਕਿਹਾ ਜਾ ਰਿਹਾ ਸੀਗਾ ਕਿ ਉਹ ਬੰਦਾ ਸੈਲਫੀ ਲੈਣ ਲੱਗਾ ਬੰਦਾ ਗੋਲੀ ਮਾਰੇ ਤੇ ਉਹ ਸੀਨੇ ਤੋਂ ਲੱਗ ਕੇ ਮੋਢੇ ਤੋਂ ਔਖੀ ਨਿਕਲਦੀ ਆ। ਠੀਕ ਹੋ ਗਿਆ। ਉਹ ਹੁਣ ਜਿਹੜੀ ਜਿੱਦਾਂ ਕੇਸ ਦੇ ਉੱਤੇ ਤਫਤੀਸ਼ ਚੱਲ ਰਹੀ ਆ ਨਾ, ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ, ਕਿਉਂਕਿ ਉਹ ਬੰਦਾ ਜਦੋਂ ਮਰਿਆ ਤੇ ਉਹਦਾ ਮੋਬਾਈਲ ਉਹਨਾਂ ਦੇ ਹੱਥੀਂ ਆ ਗਿਆ। ਉਹਦੇ 'ਚ 2 ਸਿਮਾਂ ਸੀਗੀਆਂ। ਇੱਕ ਉਹ ਸਿਮ ਸੀ ਜਿਹੜੀ 15 ਸਾਲ ਤੋਂ ਯੂਜ਼ ਕਰ ਰਿਹਾ ਸੀ ਤੇ ਇੱਕ ਫਰਜ਼ੀ ਸਿਮ ਲਈ ਸੀਗੀ ਉਹਨੇ, ਜਿਹਦੇ ਨਾਲ ਉਹ ਗੋਗੀ ਵੱਟਦੇ ਤੇ ਉਸ ਬੰਦੇ ਦੇ ਨਾਲ ਰਾਬਤੇ ਸੀਗਾ ਜਿਹੜਾ ਉਹਦੇ ਪਿਓ ਦੇ ਕਤਲ ਦੇ ਟਾਈਮ ਤੇ ਵੀ ਮੌਕੇ ਤੇ ਮੌਜੂਦ ਸੀਗਾ ਤੇ ਉਹਨੇ ਕੋਈ ਕੋਸ਼ਿਸ਼ ਨਹੀਂ ਕੀਤੀ ਸੀ ਪੂਰੇ ਤਰੀਕੇ ਨਾਲ ਕਿ ਕੋਈ ਮਜ਼ਾਮਤ ਕਰਦਾ ਕਿ ਕਾਤਲ ਫੜੇ ਜਾਂਦੇ। ਅੱਛਾ, ਹੁਣ ਇੱਥੇ ਸੈਲਫੀ ਲੈਣ ਵਾਸਤੇ ਬੰਦੇ ਆ ਰਹੇ ਆ। ਉਹ ਬੰਦਾ ਜਿਹੜਾ ਕਤਲ ਕਰਨ ਵਾਲਾ ਨਾ, ਕੋਸ਼ਿਸ਼ ਕਰਕੇ ਸਾਹਮਣੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਸੀਸੀਟੀਵੀ ਫੁਟੇਜ ਦੇ ਵਿੱਚ ਵੇਖਿਆ ਗਿਆ ਕਿ ਜਦੋਂ ਇਹੋ ਜਿਹੇ ਬੰਦੇ ਵੱਡੇ ਆਉਂਦੇ ਆ ਨਾ, ਤੇ ਲੋਕ ਜਿਹੜੇ ਨਵੇਂ ਆਉਣ ਤੇ ਉਹਨਾਂ ਦੀ ਤਲਾਸ਼ੀ ਲੈ ਕੇ ਫਿਰ ਅੰਦਰ ਜਾਣ ਦਿੱਤਾ ਜਾਂਦਾ ਤਾਂ ਕਿ ਕੋਈ ਹਾਦਸਾ ਨਾ ਆ ਜਾਵੇ, ਕੋਈ ਦੁਸ਼ਮਣ ਨਾ ਹੋਵੇ ਵਿੱਚ। ਉਸ ਟਾਈਮ ਦੇ ਵਿੱਚ ਉਸ ਬੰਦੇ ਕਾਤਲ ਕੋਲ ਕੋਈ ਅਸਲਾ ਨਹੀਂ ਸੀਗਾ, ਕੋਈ ਉਹਦੇ ਕੋਲ ਸ਼ੈ ਨਹੀਂ ਸੀਗੀ, ਉਹ ਖਾਲੀ ਹੱਥ ਸੀਗਾ, ਨਿਹੱਤਾ। ਉਹਨੂੰ ਅਸਲਾ ਪ੍ਰੋਵਾਈਡ ਅੰਦਰੋਂ ਕੀਤਾ ਗਿਆ। ਜਦੋਂ ਉਹਨੇ 3-4 ਬੰਦਿਆਂ ਨੇ ਸੈਲਫੀਆਂ ਲਈਆਂ ਤੇ ਉਹ ਵੀ ਸੈਲਫੀ ਦੇ ਚੱਕਰ ਦੇ ਵਿੱਚ ਨਾ, ਨਾਲੇ ਸੈਲਫੀ ਨਹੀਂ, ਉਹ ਅੱਗੇ ਆ ਰਿਹਾ ਸੀਗਾ। ਜਦੋਂ ਘੁੰਮ ਕੇ ਅੱਗੇ ਆਇਆ, ਆ ਕੇ ਤੇ ਉਹਨੇ ਫਾਇਰ ਕੀਤੇ। ਅਮੀਰ ਬਲਾਜ ਡਿੱਗਿਆ ਆ ਤੇ ਉਹਦੇ ਸਿਕਿਉਰਿਟੀ ਗਾਰਡਾਂ ਨੇ ਉਸ ਬੰਦੇ ਦੇ ਉੱਤੇ ਫਾਇਰ ਕੀਤੇ। ਉਹ ਜਦੋਂ ਮਰਿਆ ਨਾ ਤੇ ਉਹਦਾ ਹਰ ਸ਼ੈ ਉੱਥੇ ਮਿਲ ਗਈ, ਮੋਬਾਈਲ ਮਿਲ ਗਿਆ, ਦੂਸਰੀਆਂ ਚੀਜ਼ਾਂ ਮਿਲ ਗਈਆਂ। ਇੱਕ ਜਿਹੜੇ ਪਿਸਤੌਲ ਨਾਲ ਉਹਨੇ ਗੋਲੀਆਂ ਮਾਰੀਆਂ ਉਹ ਨਹੀਂ ਮਿਲ ਰਿਹਾ ਸੀਗਾ। ਉਹ ਜਿੱਦਾਂ ਹੁਣ ਤਫਤੀਸ਼ ਵਧੀ ਆ, ਉਹਦੇ ਨਾਲ ਵਾਲੇ ਬੰਦਿਆਂ ਦੇ ਬਿਆਨ ਆਏ ਆ ਤੇ ਉਹ ਸ਼ੱਕ ਦਾ ਦਾਇਰਾ ਉਸ ਬੰਦੇ ਤੇ ਚਲਾ ਗਿਆ। ਉਸ ਬੰਦੇ ਤੇ ਗਿਆ ਜਿਹਨੂੰ ਹਮੇਸ਼ਾ ਚਾਚਾ ਕਹਿ ਕੇ ਬੁਲਾਉਂਦਾ ਸੀਗਾ ਤੇ ਹਰ ਟਾਈਮ ਤੁਸੀਂ ਵੇਖਦੇ ਹੋਵੋਗੇ ਕਈ ਜਗ੍ਹਾ ਤੇ ਉਸ ਬੰਦੇ ਨੂੰ ਉੱਥੇ ਨਾਲ ਵੇਖਿਆ ਗਿਆ। ਉਹ ਪੁਲਿਸ ਦਾ ਇੱਕ ਮੁਲਾਜ਼ਮ ਹੈ, ਸਬ ਇੰਸਪੈਕਟਰ ਕਿਹਾ ਜਾ ਰਿਹਾ ਤੇ ਉਸ ਬੰਦੇ ਨੇ ਇਸ ਕੇਸ ਦੇ ਵਿੱਚ ਇਸ ਬੰਦੇ ਦੀ ਕਹਿ ਰਹੇ ਆ ਕਿ ਮਦਦ ਕੀਤੀ ਆ ਅਮੀਰ ਬਲਾਜ ਨੂੰ ਮਰਵਾਉਣ ਤੇ। ਉਹ ਬੰਦਾ ਉਸ ਸਿਮ ਤੋਂ ਜਿਹੜੀ ਨਵੀਂ ਸੀ ਉਹਦੇ ਕੋਲ, ਇਸ ਬੰਦੇ ਦੇ ਨਾਲ ਵੀ ਰਾਬਤੇ ਸੀਗਾ ਤੇ ਉਧਰੋਂ ਦੂਸਰੇ ਗੋਗੀ ਬੱਟ ਦੇ ਨਾਲ ਵੀ ਰਾਬਤੇ ਸੀਗਾ। ਅੱਛਾ, ਹੁਣ ਵੇਖੋ ਆਸਤੀਨ ਦਾ ਸਾਂਪ ਐਵੇਂ ਨਹੀਂ ਮਿਸਾਲ ਬਣ ਗਈ ਕਿ ਸੱਪ ਨੂੰ ਜਿੰਨਾ ਵੀ ਦੁੱਧ ਪਿਲਾ ਲਓ ਉਹ ਆਖਰ ਇੱਕ ਦਿਨ ਮਾਲਕ ਨੂੰ ਹੀ ਡੰਗ ਮਾਰਦਾ। ਹੁਣ ਇਹਨੇ ਕੇਸ ਚੱਕਰ ਦੇ ਵਿੱਚ ਇਹ ਸਾਰਾ ਕੰਮ ਕੀਤਾ। ਅੱਛਾ, ਜਦੋਂ ਇਹ ਸਾਰਾ ਮਾਮਲਾ ਹੋ ਗਿਆ ਤੇ ਉਹ ਮਰਨੇ ਵਾਲਾ ਜਿਹੜਾ ਸ਼ਖਸ ਸੀਗਾ ਨਾ, ਉਹਦੀਆਂ 3 ਬੀਵੀਆਂ, ਉਹਨਾਂ ਚੋਂ ਦੂਸਰੇ ਨੰਬਰ ਵਾਲੀ ਬੀਵੀ ਜਿਹੜੀ ਉਹ ਸਾਹਮਣੇ ਆਈ ਹੈ ਤੇ ਉਹਨੇ ਆ ਕੇ ਪੁਲਿਸ ਕੋਲੋਂ ਲਾਸ਼ ਕਲੇਮ ਕੀਤੀ ਆ, ਜਿਹਦੇ ਚੱਕਰ 'ਚ ਉਹਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਗ੍ਰਿਫਤਾਰ ਕਰਕੇ ਤਫਤੀਸ਼ ਵੀ ਹੋਈ ਆ ਤੇ ਨਾਲ ਹੀ ਇੱਕ ਤੀਸਰੀ ਬੀਵੀ ਵੀ ਸਾਹਮਣੇ ਆਈ ਆ। ਉਹ ਸਾਰੇ ਮਾਮਲਾ ਚੱਲ ਰਹੇ ਆ ਤੇ ਘਰ ਵਾਲਿਆਂ ਨੇ ਹੁਣ ਇਹ ਆਖਿਆ ਕਿ ਸਾਨੂੰ ਪੁਲਿਸ ਦੇ ਉੱਤੇ ਕੋਈ ਇਤਮਾਦ ਨਹੀਂ ਹੈਗਾ, ਸਾਡੇ ਕੇਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ CIA ਕਰੇ, ਪੁਲਿਸ ਤੋਂ ਹਟਾ ਕੇ CIA ਨੂੰ ਦਿੱਤਾ ਜਾਵੇ ਕਿ ਇਹ ਕੇਸ ਇਨਵੈਸਟੀਗੇਟ ਕੀਤਾ ਜਾਏ। ਅੱਛਾ, ਜਦੋਂ ਟੀਪੂ ਟਰੱਕਾਂ ਵਾਲਾ ਮਾਰਿਆ ਗਿਆ ਤੇ ਉਹਦਾ ਮੁੰਡਾ ਜਦੋਂ ਬਾਹਰੋਂ ਆਇਆ, ਕੁਛ ਅਰਸੇ ਬਾਅਦ ਕੁਛ ਦਰਮਿਆਨ 'ਚ ਲੋਕ ਪਏ ਜਿਨ੍ਹਾਂ ਨੇ ਸਮਝਾ ਬੁਝਾ ਕੇ ਦੋਨਾਂ ਗਰੁੱਪਾਂ ਦੀ ਸੁਲ੍ਹਾ ਕਰਾਤੀ ਸੀ, ਕਿਉਂਕਿ ਇਹ ਚੌਥੀ ਪੀੜ੍ਹੀ ਹੈ ਜਿਹੜੀ ਮਰਨ ਡਈ ਆ। ਦੋਨਾਂ ਗਰੁੱਪਾਂ ਦੀ ਸੁਲ੍ਹਾ ਕਰਾਤੀ ਸੀਗੀ ਤੇ ਦੋਨੋਂ ਚੁੱਪ ਕਰਕੇ ਬਹਿ ਗਏ ਸੀਗੇ। ਲੇਕਿਨ ਆ ਜਿਹੜੇ ਕਹਿੰਦੇ ਨਾ ਆਸਤੀਨ ਦੇ ਸਾਂਪ, ਇਹ ਐਵੇਂ ਨਹੀਂ ਬਣਿਆ ਹੋਇਆ। ਕੁਛ ਇਹੋ ਜਿਹੇ ਯਾਰ ਜਿਨ੍ਹਾਂ ਨੇ ਆਖਿਆ ਉਹ ਤੂੰ ਆਪਣੇ ਪਿਓ ਦਾ ਬਦਲਾ ਨਹੀਂ ਲਿਆ, ਤੂੰ ਬੁਜ਼ਦਲ ਆ, ਤੂੰ ਫਲਾਨਾ, ਇਸ ਤਰ੍ਹਾਂ ਚੱਕ ਚੁੱਕ ਕੇ ਤੇ ਇੱਕ ਦਿਨ ਗਿਆ ਤੇ ਉਹ ਗੋਗੀ ਬੱਟ ਦੇ ਦਰਵਾਜ਼ੇ ਅੱਗੇ ਫਾਇਰ ਕੱਢ ਆਇਆ, ਦੂਜੇ ਦਿਨ ਗਿਆ ਅਮੀਰ ਬਲਾਜ ਜਾਂ ਉਹਦੇ ਬੰਦੇ ਗਏ ਤੇ ਤੀਫੀ ਬੱਟ ਦੇ ਸਾਹਮਣੇ ਫਾਇਰ ਕੱਢ ਆਏ। ਇਸ ਤਰ੍ਹਾਂ ਦੇ ਮਾਮਲਾ ਸ਼ੁਰੂ ਹੋ ਗਏ ਸੀ। ਜਦੋਂ ਇਹ ਮਾਮਲੇ ਸ਼ੁਰੂ ਹੋਏ ਤੇ ਫਿਰ ਤੁਹਾਨੂੰ ਪਤਾ ਕਿ ਅਗਲਾ ਬੰਦਾ ਵੀ ਕਹਿੰਦਾ ਯਾਰ ਇਹ ਕੀ ਅਜੀਬ ਖਾਚਾ, ਇਹ ਕੀ ਕੰਮ ਫੜਿਆ ਕਿ ਇੱਕ ਪਾਸੇ ਸੁਲ੍ਹਾ ਹੋ ਗਈ ਹੈ, ਦੂਜੇ ਪਾਸੇ ਇਹ ਕੰਮ ਵੀ ਕਰੀ ਜਾਂਦੇ ਆ। ਫਿਰ ਨਾਲ ਹੀ ਇੱਕ ਹੋਰ ਕੰਮ ਸੀ ਅਮੀਰ ਬਲਾਜ ਦਾ ਬੜਾ ਅੱਛਾ,
ਕਿ ਦੂਸਰੀਆਂ ਪਾਰਟੀਆਂ ਜਿਹੜੀਆਂ ਸੀ ਨਾ, ਜਿਹੜੀਆਂ ਕਰਪਟ ਪਾਰਟੀਆਂ ਹੁੰਦੀਆਂ, 2 ਨੰਬਰ ਗਲਤ ਪੈਸਾ ਬਣਾਉਂਦੀਆਂ ਆ, ਉਹ ਕਈ ਕਬਜ਼ਾ ਮਾਫੀਆ ਵੀ ਆ ਤੇ ਕਈ ਇਹੋ ਜਿਹੀਆਂ ਜਗ੍ਹਾ ਸੀਗੀਆਂ ਜਿੱਥੇ ਕਬਜ਼ੇ ਕਰਦੇ ਆ। ਉਹ ਕਬਜ਼ਿਆਂ ਵਾਲੀ ਜਗ੍ਹਾ ਤੇ ਅਮੀਰ ਬਲਾ ਜਿਹੜਾ ਸੀ ਨਾ, ਉਹ ਗਰੀਬਾਂ ਦੇ ਨਾਲ ਖੜਾ ਹੋ ਜਾਂਦਾ ਸੀਗਾ। ਉਹਨਾਂ ਨੂੰ ਇਹ ਵੀ ਬੜਾ ਦੁਖਦਾ ਸੀਗਾ। ਇਹ ਵੀ ਇੱਕ ਵਜ੍ਹਾ ਬਣੀ ਅਮੀਰ ਬਲਾਜ ਦੇ ਕਤਲ ਦੀ। ਹੁਣ ਅੱਗੇ ਆਉਣ ਵਾਲੇ ਟਾਈਮ 'ਚ ਅਮੀਰ ਬਲਾਜ ਦਾ ਭਾਈ ਹੈ ਜਿਹੜਾ, ਉਹ ਕੀ ਕਰੇਗਾ, ਕੀ ਉਹਨੇ ਸੋਚਿਆ ਵਾ, ਹਜੇ ਕੋਈ ਖਾਸ ਉਹਨੇ ਗੱਲ ਨਹੀਂ ਕਹੀ। ਲੇਕਿਨ ਮੇਰਾ ਨਹੀਂ ਖਿਆਲ ਕਿ ਅਮਨ ਹੋਏਗਾ, ਕਿਉਂਕਿ ਜਦੋਂ ਖੂਨ ਕਿਸੇ ਦਾ ਜਾਂਦਾ ਨਾ, ਤੇ ਨਾਲ ਜਦੋਂ ਚੱਕਣ ਥੱਲਣ ਵਾਲੇ ਬੰਦੇ ਹੋਣ, ਤੇ ਫਿਰ ਉਹ ਜਿਵੇਂ ਅਮੀਰ ਬਲਾਜ ਨੂੰ ਚੱਕ ਕੇ ਫਾਇਰਿੰਗ ਕਰਵਾਤੀ, ਤੇ ਇਸੇ ਤਰ੍ਹਾਂ ਉਹਦੇ ਭਾਈ ਨੂੰ ਵੀ ਕੋਈ ਚੱਕੇਗਾ ਤੇ ਕੋਈ ਨਾ ਕੋਈ ਰੌਲਾ ਫਿਰ ਹੋ ਸਕਦਾ। ਲਿਹਾਜ਼ਾ ਇਸ ਕੇਸ ਨੂੰ ਹਾਈ ਫਾਈ ਤਰੀਕੇ ਨਾਲ ਇਨਵੈਸਟੀਗੇਟ ਕਰਕੇ ਤੇ ਜਿਹੜੇ ਕਾਤਲ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਉਹਨਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ। ਸਾਡਾ ਤੇ ਇਹੀ ਮੁਤਾਲਬਾ, ਤਾਂ ਕਿ ਗਰੀਬ ਲੋਕ ਜਿਹੜੇ ਆ ਜਾਂ ਜਿਹੜੇ ਅਮਨ ਨਾਲ ਰਹਿਣਾ ਚਾਹੁੰਦੇ ਆ, ਉਹ ਅਮਨ ਨਾਲ ਰਹਿਣ। ਕਿਉਂਕਿ ਅਮੀਰ ਬਲਾਜ ਕਈ ਵਾਰੀ ਕਹਿ ਚੁੱਕਿਆ ਸੀਗਾ ਕਿ ਮੈਂ ਚਾਹੁੰਦਾ ਕਿ ਮੈਂ ਇੱਥੋਂ ਸਾਰਾ ਕੁਝ ਛੱਡ ਕੇ ਬਾਹਰ ਚਲਾ ਜਾਵਾਂ, ਸੁੱਖ ਦੀ ਜ਼ਿੰਦਗੀ ਗੁਜ਼ਾਰਾਂ, ਤਾਂ ਕਿ ਕੋਈ ਟੈਨਸ਼ਨ ਨਾ ਹੋਵੇ। ਇੱਥੇ ਜਦੋਂ ਮੈਂ ਨਿਕਲਦਾ ਆ, 6-6 ਗਾਰਡ, 8-8 ਗਾਰਡ, ਮੇਰੇ ਬੱਚੇ ਬਾਹਰ ਨਹੀਂ ਨਿਕਲ ਸਕਦੇ, ਮੈਂ ਨਹੀਂ ਨਿਕਲ ਸਕਦਾ, ਤੇ ਇਹ ਰੌਲੇ ਜਿਹੜੇ ਨਾ ਮੈਨੂੰ ਨਹੀਂ ਚੰਗੇ ਲੱਗਦੇ। ਬਾਕੀ ਜਿੱਦਾਂ ਹੀ ਕੋਈ ਨਵੀਂ ਅਪਡੇਟ ਆਉਂਦੀ ਆ ਤੇ ਫਿਰ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ। ਦੁਆਵਾਂ ਯਾਦ ਰੱਖਣਾ। ਅੱਲਾ ਹਾਫਿਜ਼।